प्यारे विद्यार्थियों, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ 7ਵੀਂ ਕਲਾਸ ਦਾ SST ਦਾ ਲੈਸਨ ਪਾਠ ਨੰਬਰ 18 ਲੋਕਤੰਤਰ ਅਤੇ ਸਮਾਨਤਾ ਇਹ ਸ਼ੁਰੂ ਕਰਨ ਜਾ ਰਹੇ ਹਾਂ। ਓਕੇ, ਚਲੋ ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ 1, ਇਹਨਾਂ ਨੇ ਲੋਕਤੰਤਰ ਦੀ ਪਰਿਭਾਸ਼ਾ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਹੁੰਦੀ ਹੈ ਦਿੱਤੀ। ਇਹ ਚਿੱਤਰ ਵੇਖ ਕੇ ਇਹਨਾਂ ਨੂੰ ਪਛਾਣੋ। ਸੋ ਇਹ ਅਬਰਾਹਮ ਲਿੰਕਨ ਨੇ, ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸੀਗੇ। ਇਹਨਾਂ ਨੇ ਲੋਕਤੰਤਰ ਦੀ ਸਰਵੋਤਮ ਪਰਿਭਾਸ਼ਾ ਦਿੱਤੀ ਹੈ। ਕੀ ਹੈ ਉਹ ਪਰਿਭਾਸ਼ਾ? ਕਿ ਲੋਕਤੰਤਰੀ ਸਰਕਾਰ ਉਹ ਸਰਕਾਰ ਹੁੰਦੀ ਹੈ ਜਿਹੜੇ ਕਿ ਲੋਕਾਂ ਦੀ ਹੁੰਦੀ ਹੈ, ਲੋਕਾਂ ਲਈ ਹੁੰਦੀ ਹੈ ਅਤੇ ਲੋਕਾਂ ਦੁਆਰਾ ਚਲਾਈ ਜਾਂਦੀ ਹੈ। ਦੂਸਰਾ, ਰਵਿੰਦਰ ਇਸ ਸਾਲ 18 ਸਾਲ ਦਾ ਹੋ ਜਾਏਗਾ। ਉਹ ਆਪਣੀ ਵੋਟ ਬਣਵਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਦੇ ਕੋਲ ਜਾਏਗਾ? ਦੱਸੋ। ਸਰਪੰਚ ਕੋਲ, ਮੁੱਖ ਮੰਤਰੀ ਕੋਲ, BLO ਕੋਲ ਅਤੇ ਚੋਣ ਕਮਿਸ਼ਨ। ਉਹ BLO ਕੋਲ ਜਾਏਗਾ। BLO ਦਾ ਮਤਲਬ ਬੂਥ ਲੈਵਲ ਅਫਸਰ। ਜਿੱਥੇ ਵੋਟਾਂ ਪੈਂਦੀਆਂ ਪੋਲਿੰਗ ਬੂਥ 'ਤੇ, ਉੱਥੇ ਇੱਕ ਪੱਕਾ ਬੂਥ ਅਫਸਰ ਹੁੰਦਾ ਹੈ ਜਿਸ ਨੂੰ ਮਿਲ ਕੇ ਵੋਟ ਬਣਾਈ ਜਾ ਸਕਦੀ ਹੈ ਜਾਂ ਕਟਵਾਈ ਜਾ ਸਕਦੀ ਹੈ ਜਾਂ ਸ਼ਿਫਟ ਕੀਤੀ ਜਾ ਸਕਦੀ ਹੈ। ਤੀਸਰਾ, ਫਰਾਂਸ ਦੀ ਕ੍ਰਾਂਤੀ ਕਿਸ ਸਦੀ ਵਿੱਚ ਆਈ? 18ਵੀਂ ਸਦੀ ਵਿੱਚ। ਫਰਾਂਸ ਦੀ ਕ੍ਰਾਂਤੀ 1799 ਦੇ ਵਿੱਚ ਆਈ ਸੀ। ਇਸ ਵਿੱਚ ਉਸ ਸਮੇਂ ਦਾ ਜਿਹੜਾ ਰਾਜਾ ਸੀ ਉਸ ਨੂੰ ਹਟਾ ਕੇ ਜਿਹੜੀ ਸੱਤਾ ਸੀਗੀ ਉਹ ਲੋਕਾਂ ਨੇ ਆਪਣੇ ਹੱਥਾਂ ਵਿੱਚ ਲੈ ਲਈ ਸੀ। ਚੌਥਾ, ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ? ਲੋਕਤੰਤਰੀ ਸਰਕਾਰ ਨੂੰ। ਪੁਰਾਣੇ ਸਮਿਆਂ ਵਿੱਚ ਹੁੰਦੀ ਸੀ ਤਾਨਾਸ਼ਾਹੀ ਸਰਕਾਰ, ਜਦੋਂ ਰਾਜਿਆਂ ਦਾ ਰਾਜ ਹੁੰਦਾ ਸੀ। ਫਿਰ ਕਈ ਵਾਰੀ ਸੈਨਿਕ ਸਰਕਾਰਾਂ ਵੀ ਕਾਇਮ ਹੋ ਜਾਂਦੀਆਂ ਕਈ ਦੇਸ਼ਾਂ ਵਿੱਚ। ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਪਰਵੇਜ਼ ਮੁਸ਼ਰਫ ਦੀ ਸਰਕਾਰ ਸੀ, ਉਹ ਇੱਕ ਸੈਨਿਕ ਸਰਕਾਰ ਸੀ। ਲੇਕਿਨ ਅੱਜ ਕੱਲ੍ਹ ਲੋਕਤੰਤਰੀ ਸਰਕਾਰ ਸਾਰਿਆਂ ਦੇਸ਼ਾਂ ਵਿੱਚ ਕੰਮ ਕਰਦੀ ਹੈ ਅਤੇ ਇਸ ਨੂੰ ਹੀ ਸਰਵੋਤਮ ਮੰਨਿਆ ਜਾਂਦਾ ਹੈ ਕਿਉਂਕਿ ਲੋਕਤੰਤਰੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ। ਪੰਜਵਾਂ, ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ? 2 ਤਰ੍ਹਾਂ ਦੇ ਹੁੰਦੇ ਨੇ ਬੇਟਾ। ਭਾਰਤ ਵਿੱਚ ਜਿਸ ਤਰ੍ਹਾਂ ਸੰਸਦੀ ਲੋਕਤੰਤਰ ਹੈ, ਇੰਗਲੈਂਡ ਵਿੱਚ ਵੀ ਸੰਸਦੀ ਲੋਕਤੰਤਰ ਹੈ। ਇੱਥੇ ਇੱਕ ਨਾਮ ਮਾਤਰ ਦਾ ਮੁਖੀ ਹੁੰਦਾ ਹੈ ਅਤੇ ਇੱਕ ਹੁੰਦਾ ਹੈ ਅਸਲ ਮੁਖੀ। ਠੀਕ ਹੈ, ਉਹਨਾਂ ਬਾਰੇ ਅੱਗੇ ਦੇਖਦੇ ਹਾਂ। 6ਵਾਂ, ਸਾਡੇ ਦੇਸ਼ ਵਿੱਚ ਰਾਜ ਸਰਕਾਰ ਦਾ ਨਾਮ ਮਾਤਰ ਮੁਖੀ ਕੌਣ ਹੈ? ਸਾਡੇ ਦੇਸ਼ ਵਿੱਚ ਰਾਜਪਾਲ, ਰਾਜ ਸਰਕਾਰ ਦਾ ਜਿਹੜਾ ਹੁੰਦਾ ਨਾ ਉਹ ਰਾਜਪਾਲ ਹੁੰਦਾ ਹੈ ਅਤੇ ਕੇਂਦਰ ਸਰਕਾਰ ਦਾ ਨਾਮ ਮਾਤਰ ਮੁਖੀ ਹੁੰਦਾ ਰਾਸ਼ਟਰਪਤੀ। 7ਵਾਂ, ਭਾਰਤ ਵਿੱਚ ਕੇਂਦਰੀ ਸਰਕਾਰ ਦਾ ਅਸਲੀ ਮੁਖੀ ਕੌਣ ਹੈ? ਸੋ ਕੇਂਦਰੀ ਸਰਕਾਰ ਦਾ ਅਸਲੀ ਮੁਖੀ ਪ੍ਰਧਾਨ ਮੰਤਰੀ ਹੁੰਦਾ ਅਤੇ ਰਾਜ ਸਰਕਾਰ ਦਾ ਅਸਲੀ ਮੁਖੀ ਮੁੱਖ ਮੰਤਰੀ ਹੁੰਦਾ। 8ਵਾਂ, ਲੋਕਤੰਤਰ ਦਾ ਆਰੰਭ ਕਿੱਥੇ ਹੋਇਆ? ਲੋਕਤੰਤਰ ਦੀ ਸ਼ੁਰੂਆਤ ਹੋਈ ਸੀ ਯੂਨਾਨ ਦੇ ਇੱਕ ਸ਼ਹਿਰ ਦੇ ਵਿੱਚ ਜਿਸ ਨੂੰ ਏਥਨਸ ਕਹਿੰਦੇ ਸੀ, ਏਥਨਸ। 9ਵਾਂ, ਅਜਿਹਾ ਕਿਹੜਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ? ਸਵਿਟਜ਼ਰਲੈਂਡ ਵਿੱਚ। ਪੁਰਾਣੇ ਸਮਿਆਂ ਵਿੱਚ ਬੇਟਾ ਸਿੱਧਾ ਲੋਕਤੰਤਰ ਹੁੰਦਾ ਸੀ ਜਿਸ ਤਰ੍ਹਾਂ ਕਿ ਯੂਨਾਨ ਦੇ ਵਿੱਚ। ਲੇਕਿਨ ਹੁਣ ਦੇਸ਼ ਵੱਡੇ ਹੋ ਗਏ, ਆਬਾਦੀਆਂ ਜ਼ਿਆਦਾ ਨੇ, ਇਸ ਕਰਕੇ ਅਪ੍ਰਤੱਖ ਲੋਕਤੰਤਰ ਕਾਇਮ ਕੀਤਾ ਗਿਆ। ਅਸਿੱਧਾ ਲੋਕਤੰਤਰ ਜਿਸ ਵਿੱਚ ਲੋਕ ਆਪਣੇ ਨੁਮਾਇੰਦੇ ਚੁਣਦੇ ਨੇ ਅਤੇ ਜਿਹੜੇ ਨੁਮਾਇੰਦੇ ਅਸੀਂ ਚੁਣਦੇ ਹਾਂ ਉਹ ਸਰਕਾਰ ਚਲਾਉਂਦੇ ਆ। ਲੇਕਿਨ ਸਵਿਟਜ਼ਰਲੈਂਡ ਇੱਕ ਛੋਟਾ ਜਿਹਾ ਦੇਸ਼ ਹੈ ਜਿੱਥੇ ਹਾਲੇ ਵੀ ਸਿੱਧਾ ਲੋਕਤੰਤਰ ਹੈ, ਜਿੱਥੇ ਉੱਥੋਂ ਦੇ ਲੋਕ ਇਕੱਠੇ ਹੋ ਕੇ ਆਪਣੇ ਰਾਜਨੀਤਿਕ ਫੈਸਲੇ ਲੈ ਲੈਂਦੇ ਨੇ। 10ਵਾਂ, ਭਾਰਤ ਵਿੱਚ ਸਾਨੂੰ ਵੋਟ ਪਾਉਣ ਦਾ ਅਧਿਕਾਰ ਕਿੰਨੇ ਸਾਲ ਦੀ ਉਮਰ ਵਿੱਚ ਮਿਲਦਾ ਹੈ? 18 ਸਾਲ ਦੀ ਉਮਰ ਵਿੱਚ। ਪਹਿਲਾਂ 21 ਸਾਲ ਹੁੰਦਾ ਸੀ ਰਾਜੀਵ ਗਾਂਧੀ ਦੇ ਸਮੇਂ। ਫਿਰ ਸੰਵਿਧਾਨ ਦੀ 61ਵੀਂ ਸੋਧ ਕਰਕੇ ਇਸ ਉਮਰ ਨੂੰ 21 ਤੋਂ ਘਟਾ ਕੇ 18 ਸਾਲ ਕਰ ਦਿੱਤਾ ਗਿਆ। ਹੁਣ ਕੋਈ ਵੀ ਵਿਅਕਤੀ ਭਾਰਤ ਵਿੱਚ, ਚਾਹੇ ਉਹ ਪੁਰਸ਼ ਹੈ ਇਸਤਰੀ ਹੈ, ਉਹ 18 ਸਾਲ ਦੀ ਉਮਰ ਹੋਣ 'ਤੇ ਆਪਣੀ ਵੋਟ ਬਣਵਾ ਸਕਦਾ ਹੈ ਅਤੇ ਦੇਸ਼ ਦੀ ਸਰਕਾਰ ਚੁਣਨ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। 11ਵਾਂ, ਕੁਝ ਲੋਕਤੰਤਰੀ ਦੇਸ਼ਾਂ ਵਿੱਚ ਰਾਜ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਨਹੀਂ ਜਾਂਦਾ, ਸਗੋਂ ਇਸ ਦਾ ਅਹੁਦਾ ਜੱਦੀ ਹੁੰਦਾ ਹੈ।
ਜੱਦੀ ਦਾ ਮਤਲਬ ਇੱਕ ਪਿਤਾ ਤੋਂ ਬਾਅਦ ਉਸ ਦਾ ਪੁੱਤਰ ਜਾਂ ਪੁੱਤਰੀ ਰਾਜਾ ਬਣੇ, ਉਸ ਨੂੰ ਜੱਦੀ ਕਹਿੰਦੇ ਆ। ਅਜਿਹੇ ਲੋਕਤੰਤਰੀ ਦੇਸ਼ ਨੂੰ ਰਾਜਤੰਤਰੀ ਲੋਕ ਰਾਜ ਕਿਹਾ ਜਾਂਦਾ ਹੈ। ਹੇਠਲਿਆਂ ਵਿੱਚੋਂ ਕਿਹੜਾ ਦੇਸ਼ ਇਸ ਦੀ ਉਦਾਹਰਣ ਹੈ? ਤੁਸੀਂ ਦੱਸਣਾ ਵੀ ਉਹ ਦੇਸ਼ ਜਿੱਥੇ ਹਾਲੇ ਵੀ ਰਾਜਿਆਂ ਦਾ ਰਾਜ ਹੈ। ਭਾਰਤ ਵਿੱਚ ਖਤਮ ਹੋ ਗਿਆ, ਸੰਯੁਕਤ ਰਾਜ ਅਮਰੀਕਾ 'ਚ ਵੀ ਨਹੀਂ ਹੈ, ਰੂਸ ਵਿੱਚ ਵੀ ਨਹੀਂ ਹੈ। ਇੰਗਲੈਂਡ ਵਿੱਚ ਹਾਲੇ ਵੀ ਰਾਜਾ ਹੁੰਦਾ ਹੈ ਜਾਂ ਮਹਾਰਾਣੀ ਹੁੰਦੀ ਹੈ। ਸੋ ਉਹਨਾਂ ਦਾ ਰਾਜ ਹੈ ਉੱਥੇ ਵੀ ਲੋਕਤੰਤਰੀ, ਲੇਕਿਨ ਉਹ ਨਾਮ ਮਾਤਰ ਮੁਖੀ ਜਿਹੜਾ ਹੁੰਦਾ ਹੈ ਦੇਸ਼ ਦਾ, ਉਸਦੀ ਜਿਹੜੀ ਚੋਣ ਹੈ ਉਹ ਜੱਦੀ ਹੁੰਦੀ ਹੈ। ਉਹ ਅੱਗੋਂ ਇੱਕ ਤੋਂ ਬਾਅਦ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਰਾਜਗੱਦੀ 'ਤੇ ਬੈਠਦੀ ਹੈ। 12ਵਾਂ, ਪੁਰਾਤਨ ਸਮੇਂ ਵਿੱਚ ਏਥਨਜ਼ ਸ਼ਹਿਰ ਦੇ ਲੋਕ ਸਾਲ ਵਿੱਚ ਕਈ ਵਾਰ ਇਕੱਠੇ ਹੋ ਕੇ ਸਭਾ ਕਰਦੇ ਸੀ। ਇੱਥੇ ਸਿੱਧੇ ਲੋਕਾਂ ਦੁਆਰਾ ਹੀ ਰਾਜ ਪ੍ਰਬੰਧ ਚਲਾਉਣ ਦੇ ਫੈਸਲੇ ਲਏ ਜਾਂਦੇ ਸਨ। ਅਜਿਹੀ ਲੋਕਤੰਤਰੀ ਸਰਕਾਰ ਨੂੰ ਸਿੱਧਾ ਲੋਕਤੰਤਰ ਕਿਹਾ ਜਾਂਦਾ ਹੈ। ਅਤੇ ਵਰਤਮਾਨ ਸਮੇਂ ਵਿੱਚ ਅਜਿਹਾ ਸ਼ਾਸਨ ਪ੍ਰਬੰਧ ਕਿਹੜੇ ਦੇਸ਼ ਵਿੱਚ ਹੈ? ਸਵਿਟਜ਼ਰਲੈਂਡ ਵਿੱਚ। ਠੀਕ ਹੈ। ਸੋ ਸਿੱਧਾ ਲੋਕਤੰਤਰ ਕਿਸ ਨੂੰ ਕਹਿੰਦੇ ਨੇ? ਜਿੱਥੇ ਲੋਕ ਇਕੱਠੇ ਹੋ ਕੇ ਸਭਾ ਕਰਨ ਅਤੇ ਰਾਜ ਪ੍ਰਬੰਧ ਚਲਾਉਣ ਦੇ ਫੈਸਲੇ ਲੈਣ। ਇਹ ਕੰਮ ਹਾਲੇ ਵੀ ਸਵਿਟਜ਼ਰਲੈਂਡ 'ਚ ਚੱਲ ਰਿਹਾ। ਪਹਿਲਾਂ ਇਹ ਕੰਮ ਚੱਲਦਾ ਸੀ ਏਥਨਜ਼ ਸ਼ਹਿਰ ਦੇ ਵਿੱਚ। 13ਵਾਂ, ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਨੂੰ ਸਭ ਤੋਂ ਵਧੀਆ ਸਰਕਾਰ ਮੰਨਿਆ ਜਾਂਦਾ ਹੈ, ਪਰ ਇਸ ਦੀ ਸਫਲਤਾ ਕੁਝ ਕਾਰਕਾਂ 'ਤੇ ਨਿਰਭਰ ਕਰਦੀ ਹੈ। ਇਹਨਾਂ ਵਿੱਚੋਂ ਕਿਹੜਾ ਕਾਰਕ ਨਹੀਂ ਹੈ? ਦੇਖੋ, ਲੋਕਤੰਤਰੀ ਸਰਕਾਰ ਤਾਂ ਹੀ ਵਧੀਆ ਕੰਮ ਕਰੇਗੀ ਜੇਕਰ ਨਾਗਰਿਕ ਸੂਝਵਾਨ ਹੋਣਗੇ, ਪੜ੍ਹੇ ਲਿਖੇ ਹੋਣਗੇ, ਸਮਝਦਾਰ ਅਤੇ ਸੂਝਵਾਨ ਨੇਤਾ ਹੋਣਗੇ, ਸਹਿਣਸ਼ੀਲਤਾ ਦੀ ਭਾਵਨਾ ਨਾਲ ਅਸੀਂ ਵਿਚਰਾਂਗੇ। ਹਾਂ, ਚੌਥੀ ਆਪਸ਼ਨ ਅਮੀਰ ਨਾਗਰਿਕ, ਇਸ ਦਾ ਕੋਈ ਸੰਬੰਧ ਨਹੀਂ ਲੋਕ ਨਾਲ। ਲੋਕਤੰਤਰ ਦੇ ਵਿੱਚ ਅਮੀਰ ਗਰੀਬ ਦਾ ਕੋਈ ਫਰਕ ਨਹੀਂ ਹੁੰਦਾ। ਸਾਰਿਆਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਹੁੰਦੇ ਨੇ ਅਤੇ ਸਾਰੇ ਆਪਣੇ ਇਸ ਅਧਿਕਾਰ ਦੀ ਵਰਤੋਂ ਕਰ ਸਕਦੇ ਆ। 14ਵਾਂ, ਮੇਰਾ ਨਾਮ ਸਤਨਾਮ ਸਿੰਘ ਹੈ ਅਤੇ ਮੇਰੀ ਉਮਰ 25 ਸਾਲ ਹੈ। ਮੇਰੀ ਵੋਟ ਬਣੀ ਹੋਈ ਹੈ, ਪਰ ਮੈਂ ਆਪਣੇ ਪਿੰਡ ਤੋਂ ਹੁਣ ਸ਼ਹਿਰ ਵਿੱਚ ਜਾ ਕੇ ਵਸ ਗਿਆ ਹਾਂ ਅਤੇ ਮੈਂ ਆਪਣੀ ਵੋਟ ਬਦਲਾਉਣਾ ਚਾਹੁੰਦਾ ਹਾਂ, ਅਤੇ ਦੱਸੋ ਵੀ ਮੈਂ ਕਿਸ ਅਧਿਕਾਰੀ ਨੂੰ ਸੰਪਰਕ ਕਰਾਂਗਾ? BLO ਨੂੰ। ਠੀਕ ਹੈ ਬੇਟਾ, ਹੁਣ ਜਿੱਥੇ ਵੋਟ ਬਣਾਉਣੀ ਹੈ ਉੱਥੋਂ ਦੇ ਬੂਥ ਦਾ ਇੰਚਾਰਜ ਜਿਹੜਾ BLO ਹੈ ਉਸ ਨੂੰ ਮਿਲ ਕੇ ਵੋਟ ਬਣਵਾਈ ਜਾ ਸਕਦੀ ਹੈ। 15ਵਾਂ, ਸਾਡੇ ਸਮਾਜ ਵਿੱਚ ਅਮੀਰ ਗਰੀਬ, ਔਰਤਾਂ ਅਤੇ ਆਦਮੀ ਬਿਨਾਂ ਕਿਸੇ ਜਨਮਜਾਤ ਜਾਂ ਜਨਮ ਦੇ ਵਿਤਕਰੇ ਦੇ ਆਧਾਰ 'ਤੇ ਰਹਿ ਰਹੇ ਹਨ। ਇਹ ਕਿਹੋ ਜਿਹਾ ਸਮਾਜ ਹੈ? ਲੋਕਤੰਤਰੀ। ਲੋਕਤੰਤਰੀ ਦੇ ਵਿੱਚ ਅਮੀਰ ਗਰੀਬ ਦਾ ਕੋਈ ਭੇਦਭਾਵ ਨਹੀਂ ਹੁੰਦਾ। ਇਸਤਰੀ ਪੁਰਸ਼ ਦਾ, ਜਾਤ ਪਾਤ ਦਾ, ਧਰਮ ਦਾ ਕੋਈ ਭੇਦਭਾਵ ਨਹੀਂ ਹੁੰਦਾ। ਉਸੇ ਨੂੰ ਲੋਕਤੰਤਰੀ ਸਮਾਜ ਕਹਿੰਦੇ ਆ। ਅਤੇ ਜਿਹੜਾ ਸਾਡਾ ਅੱਜ ਦਾ ਸਮਾਜ ਹੈ ਇਹ ਇੱਕ ਲੋਕਤੰਤਰੀ ਸਮਾਜ ਹੈ। 16ਵਾਂ, ਮੇਰਾ ਨਾਮ ਪੁਨੀਤ ਹੈ। ਮੈਂ ਭਾਰਤ ਦਾ ਨਾਗਰਿਕ ਹਾਂ ਜੋ ਕਿ ਲੋਕਤੰਤਰੀ ਪ੍ਰਣਾਲੀ ਨਾਲ ਸੰਬੰਧਿਤ ਹੈ। ਮੇਰੇ ਦੇਸ਼ ਦੇ ਨਾਗਰਿਕ ਕਿਹੋ ਜਿਹੇ ਹੋਣ ਤਾਂ ਜੋ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਣ? ਉਹ ਪੜ੍ਹੇ ਲਿਖੇ ਹੋਣੇ ਚਾਹੀਦੇ। ਠੀਕ ਹੈ। ਜੇ ਉਹ ਪੜ੍ਹੇ ਲਿਖੇ ਹੋਣਗੇ ਤਾਂ ਹੀ ਉਹ ਆਪਣੀ ਵੋਟ ਸੋਚ ਸਮਝ ਕੇ ਸਹੀ ਕੈਂਡੀਡੇਟ ਨੂੰ ਪਾਉਣਗੇ। 17ਵਾਂ, ਮੇਰੇ ਪਿੰਡ ਦੇ ਸਾਰੇ ਬਾਲਗ ਜਿਨ੍ਹਾਂ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੈ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਅਧਿਕਾਰ ਨੂੰ ਕੀ ਕਿਹਾ ਜਾਂਦਾ ਹੈ? ਇਸ ਨੂੰ ਕਹਿੰਦੇ ਨੇ ਬਾਲਗ ਮਤ ਅਧਿਕਾਰ। ਬਾਲਗ ਦਾ ਮਤਲਬ ਜਿਸ ਦੀ ਉਮਰ 18 ਸਾਲ ਹੋ ਗਈ, ਮਤ ਦਾ ਮਤਲਬ ਵੋਟ ਦਾ ਅਧਿਕਾਰ। 18ਵਾਂ, ਪ੍ਰਮੋਦ ਜਿਸ ਸਕੂਲ ਵਿੱਚ ਪੜ੍ਹਦਾ ਹੈ ਉਸ ਵਿੱਚ ਜ਼ਿਆਦਾਤਰ ਵਿਦਿਆਰਥੀ ਬਹੁਤ ਹੀ ਅਮੀਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ, ਪਰੰਤੂ ਪ੍ਰਮੋਦ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਸ ਦੇ ਕੱਪੜੇ ਵੀ ਸਾਫ਼ ਸੁਥਰੇ ਨਹੀਂ ਹੁੰਦੇ, ਜਿਸ ਦੇ ਕਾਰਨ ਉਸ ਨੂੰ ਬਾਕੀ ਬੱਚਿਆਂ ਦੇ ਨਾਲ ਬੈਂਚ ਉੱਤੇ ਨਹੀਂ ਬੈਠਣ ਦਿੱਤਾ ਜਾਂਦਾ ਅਤੇ ਉਸ ਨੂੰ ਜ਼ਮੀਨ 'ਤੇ ਬੈਠ ਕੇ ਪੜ੍ਹਨਾ ਪੈਂਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਪ੍ਰਮੋਦ ਨੂੰ ਬਾਕੀ ਬੱਚਿਆਂ ਦੇ ਬਰਾਬਰ ਬੈਂਚ 'ਤੇ ਨਾ ਬਿਠਾ ਕੇ ਉਸ ਦੇ ਕਿਹੜੇ ਅਧਿਕਾਰ ਦੀ ਉਲੰਘਣਾ ਕੀਤੀ ਜਾ ਰਹੀ ਹੈ? ਸਮਾਨਤਾ ਦੇ ਅਧਿਕਾਰ ਦੀ। ਸਾਡੇ ਸੰਵਿਧਾਨ ਦੇ ਦੁਆਰਾ ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਮਿਲਿਆ ਹੋਇਆ ਹੈ ਅਤੇ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ, ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ। 19ਵਾਂ, ਸੁਨੀਤਾ ਆਪਣਾ ਗੁਜ਼ਾਰਾ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚੇ ਦਾ ਕੰਮ ਕਰਕੇ ਕਰਦੀ ਹੈ। ਉਹ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਗਈ। ਵੋਟ ਪਾਉਣ ਵਾਲੇ ਲੋਕਾਂ ਵਿੱਚ ਉਸ ਦੇ ਨਾਲ ਜਿਹੜੇ ਘਰਾਂ ਵਿੱਚ ਉਹ ਕੰਮ ਕਰਨ ਜਾਂਦੀ ਹੈ
ਉਹ ਵੀ ਖੜੇ ਨੇ। ਇਸ ਘਟਨਾ ਤੋਂ ਸਾਨੂੰ ਲੋਕਤੰਤਰ ਸਰਕਾਰ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਦਾ ਪਤਾ ਲੱਗਦਾ ਹੈ? ਦੇਖੋ ਵੀ ਲੋਕਤੰਤਰ ਦੇ ਵਿੱਚ ਸਾਰੇ ਲੋਕਾਂ ਨੂੰ ਸਮਾਨ ਸਮਝਿਆ ਜਾਂਦਾ। ਠੀਕ ਹੈ, ਹੁਣ ਸੁਨੀਤਾ ਭਾਵੇਂ ਕੰਮ ਕਰਦੀ ਹੈ ਘਰਾਂ ਦੇ ਵਿੱਚ, ਉੱਥੇ ਵੋਟ ਪਾਉਣ ਸਮੇਂ ਉਸ ਦਾ ਅਧਿਕਾਰ ਵੀ ਉਹੀ ਹੈ, ਉਸ ਦੇ ਮਾਲਕਾਂ ਦਾ ਵੀ ਉਹੀ ਅਧਿਕਾਰ ਹੈ, ਬਰਾਬਰ ਹੈ। ਭਾਰਤ ਵਿੱਚ ਲੋਕਤੰਤਰੀ ਸਰਕਾਰ ਹੈ। ਭਾਰਤ ਵਿੱਚ 18 ਸਾਲ ਤੋਂ ਉੱਪਰ ਵਾਲੇ ਸਾਰੇ ਵਿਅਕਤੀਆਂ ਨੂੰ, ਚਾਹੇ ਉਹ ਅਮੀਰ ਨੇ ਜਾਂ ਗਰੀਬ ਨੇ, ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ ਦਾ ਅਧਿਕਾਰ ਹੈ। ਸੋ ਉਪਰੋਕਤ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਲੋਕਤੰਤਰ ਸਰਕਾਰ ਹੈਗੀ ਹੈ। 20ਵਾਂ, ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ? ਪਹਿਲਾ ਕਥਨ ਇਹ ਹੈ ਕਿ ਲੋਕਤੰਤਰੀ ਸਰਕਾਰ ਵਾਲੇ ਦੇਸ਼ ਵਿੱਚ ਦੇਸ਼ ਦੇ ਮੁਖੀ ਦੋ ਤਰ੍ਹਾਂ ਦੇ ਹੁੰਦੇ ਹਨ, ਨਾਮਾਤਰ ਮੁਖੀ ਅਤੇ ਅਸਲ ਮੁਖੀ। ਇਹ ਵੀ ਠੀਕ ਹੈ। ਸਾਡੇ ਦੇਸ਼ ਵਿੱਚ ਕੇਂਦਰੀ ਸਰਕਾਰ ਜਾਂ ਨਾਮਾਤਰ ਮੁਖੀ ਰਾਸ਼ਟਰਪਤੀ ਹੈ ਅਤੇ ਰਾਜ ਸਰਕਾਰਾਂ ਦਾ ਨਾਮਾਤਰ ਮੁਖੀ ਹੈਗਾ ਰਾਜਪਾਲ। ਇਹ ਵੀ ਠੀਕ ਹੈ। ਸੋ ਇਸ ਦੀ ਆਪਸ਼ਨ ਹੈਗੀ ਹੈ ਕਿ ਕਥਨ 1 ਅਤੇ ਕਥਨ 2 ਦੋਨੋਂ ਸਹੀ ਹਨ। ਠੀਕ ਹੈ ਬਈ। ਸੋ ਪਿਆਰੇ ਬੱਚਿਓ, ਹੁਣ ਤੁਸੀਂ ਇਸ ਦੀ ਰਿਵੀਜ਼ਨ ਕਰ ਲੈਣਾ। ਥੈਂਕ ਯੂ ਵੈਰੀ ਮੱਚ।